ਪ੍ਰੀਤ ਨੇ ਲਿਖਿਆ ਹੈ, ਸਤਿ ਸ੍ਰੀ ਅਕਾਲ ਬਾਬਾ ਜੀ। ਜੀ ਇੱਕ ਸਵਾਲ ਆ ਜੀ ਪਤਾ ਨਹੀਂ ਲੱਗਦਾ ਜੀ ਕਿ ਪਹਿਲਾਂ ਦਿਲ ਸੋਚਦਾ ਹੈ ਜਾਂ ਕਿ ਦਿਮਾਗ, ਜਾਂ ਦੋਵੇਂ ਇਕੱਠੇ ਸੋਚਦੇ ਨੇ। ਕੀ ਬੁੱਧੀ ਦਿਲ ਨਾਲ ਜੁੜੀ ਹੁੰਦੀ ਆ? ਕਿਰਪਾ ਕਰੋ ਜੀ। ਮਨ ਦੇ 4 ਭਾਗ ਕੀਤੇ ਹਨ ਜਾਣਕਾਰਾਂ ਨੇ। ਉਹਨੂੰ ਅੰਤਸ਼ਕਰਨ ਕਹਿੰਦੇ ਹਨ। ਇੱਕ ਹੈ ਮਨ, ਜਿਹੜਾ ਮਨਨ ਕਰਦਾ ਹੈ, ਜਿਹੜਾ ਸੋਚਦਾ ਹੈ ਅੱਗੇ ਭਵਿੱਖ ਬਾਰੇ, ਕੀ ਕਰਨਾ ਹੈ ਕੀ ਨਹੀਂ ਕਰਨਾ। ਅਤੇ ਜੋ ਕਰਨਾ ਹੈ ਉਹ ਕਿਵੇਂ ਕਰਨਾ ਹੈ ਉਹਦੇ ਵਿਚਾਰ ਕਰਦੀ ਹੈ ਬੁੱਧੀ। ਕਿੱਦਾਂ ਕਰਨਾ ਹੈ, ਕਿਵੇਂ ਪੈਸਾ ਇਕੱਠਾ ਕਰਨਾ ਹੈ, ਕਿਵੇਂ ਉਹਨੂੰ ਤਿਆਰ ਕਰਨਾ, ਕਿਵੇਂ ਬਣਾਉਣਾ, ਜੋ ਕੁਛ ਕਰਨਾ ਹੈ ਬੁੱਧੀ ਵਿਚਾਰ ਕਰਦੀ। ਫਿਰ ਉਹ ਵਿਚਾਰ ਕਰਕੇ ਸਮਝ ਕੇ ਗੱਲ ਉਹ ਚਿੱਤ ਵਿੱਚ ਚਲੇ ਜਾਂਦੀ ਹੈ। ਫਿਰ ਚਿੱਤ ਦਾ ਕੰਮ ਹੈ ਚੇਤੇ ਰੱਖਣਾ। ਚੇਤੇ ਰੱਖਦਾ ਹੈ ਜਿਹੜਾ ਗੱਲ ਨੂੰ, ਉਹਨੂੰ ਹੀ ਸਿਮਰਤੀ ਕਿਹਾ ਜਾਂਦਾ ਹੈ। ਯਾਦ ਚੇਤੇ ਰਹਿੰਦੀ ਹੈ। ਕਈਆਂ ਦੀ ਸਿਮਰਤੀ ਘੱਟ ਜਾਂਦੀ ਹੈ, ਘੱਟ ਚੇਤੇ ਰਹਿੰਦਾ। ਜਿਨ੍ਹਾਂ ਦੀ ਜ਼ਿਆਦਾ ਰਹਿੰਦੀ ਹੈ ਉਹ ਸੰਸਾਰ 'ਚ ਹੀ ਕਾਮਯਾਬ ਉਹ ਹੀ ਹੁੰਦੇ ਹਨ, ਕਿਉਂਕਿ ਯਾਦ ਜ਼ਿਆਦਾ ਹੋਊਗਾ ਤਾਂ ਹੀ ਕਾਮਯਾਬ ਹੋਊਗੇ ਨਾ। ਅਤੇ ਚਿੱਤ ਜਿਹੜਾ ਹੈ ਯਾਦ ਰੱਖਦਾ। ਇਸੇ ਕਰਕੇ ਚਿੱਤ ਨੂੰ ਯਾਦ ਰੱਖਣ ਵਾਸਤੇ ਜ਼ਿਆਦਾ ਕਿਹਾ ਹੈ। ਚਿੱਤ 'ਚ ਯਾਦ ਰੱਖਣਾ, ਚੇਤੇ ਰੱਖਣਾ ਹੈ। ਵਾਰ ਵਾਰ ਕਹਿੰਦੇ ਹਨ ਨਾ ਸਤਿਪੁਰਸ਼। ਪਰ ਸੰਸਾਰਿਕ ਗੱਲਾਂ ਜ਼ਿਆਦੀਆਂ ਚੇਤੇ 'ਚ ਰਹਿੰਦੀਆਂ ਹਨ, ਕਿਉਂਕਿ ਉਹਨਾਂ ਦੇ ਨਾਲ ਲਗਾਵ ਹੋ ਜਾਂਦਾ। ਫਿਰ ਚੌਥਾ ਹੈ ਅਹੰਕਾਰ। ਉਹਦਾ ਭਾਵ ਹੁੰਦਾ ਮੈਂ ਹਾਂ। ਮੈਂ ਹਾਂ, ਇਸ ਖਿਆਲ ਨੂੰ ਮੁੱਖ ਰੱਖ ਕੇ ਮਨ ਸੋਚਦਾ ਹੈ ਵੀ ਜਿਹੜਾ ਮੈਂ ਹਾਂ, ਕੌਣ ਹਾਂ ਮੈਂ? ਸਰੀਰ ਹਾਂ। ਅਤੇ ਸਰੀਰ ਨੂੰ ਅੱਗੇ ਜਿੰਦਾ ਰੱਖਣ ਵਾਸਤੇ, ਸੁਰੱਖਿਅਤ ਰੱਖਣ ਵਾਸਤੇ, ਸੁਖਪੂਰਵਕ ਰੱਖਣ ਵਾਸਤੇ ਕੀ ਕੀ ਜ਼ਰੂਰੀ ਹੈ ਉਹ ਫਿਰ ਮਨ ਸੋਚਦਾ ਹੈ। ਘਰ ਜ਼ਰੂਰੀ ਹੈ, ਵਧੀਆ ਰਿਹਾਇਸ਼ ਜ਼ਰੂਰੀ ਹੈ, ਖਾਣਾ ਬਹੁਤ ਵਧੀਆ ਜ਼ਰੂਰੀ ਹੈ, ਜਾਂ ਉਹ ਹਵਾ ਜਿਹੜੀ ਹੈ ਬਾਹਰਲੀ ਉਹ ਵਧੀਆ ਚਾਹੀਦੀ ਹੈ। ਜੋ ਵੀ ਚਾਹੀਦਾ ਹੈ ਉਹ ਮਨ ਸੋਚਦਾ ਹੈ ਸਰੀਰ ਨੂੰ ਵਧੀਆ ਦਰੁਸਤ ਰੱਖਣ ਵਾਸਤੇ। ਫਿਰ ਉਹਦੇ ਉੱਤੇ ਬੁੱਧੀ ਕੰਮ ਕਰਦੀ। ਜਾਂ ਪੈਸਾ ਬਹੁਤ ਚਾਹੀਦਾ ਹੈ ਕਈਆਂ ਨੂੰ, ਤਾਂ ਪੈਸੇ ਬਾਰੇ ਵਿਚਾਰ ਕਰਦੇ ਆ, ਸੋਚਦੇ ਆ, ਅਤੇ ਸਿਮਰਤੀ ਦੇ ਵਿੱਚ ਉਹ ਸੋਚਿਆ ਹੋਇਆ ਰੱਖੀ ਜਾਂਦਾ ਹੈ, ਬੰਦਾ ਯਾਦ ਕਰਦਾ। ਅਤੇ ਫਿਰ ਚਾਰੇ ਜਿਹੜੇ ਹਨ ਇਕੱਠੇ ਕੰਮ ਕਰਦੇ ਹਨ। ਇੱਥੇ ਅੱਗਾ ਪਿੱਛਾ ਨਹੀਂ ਹੁੰਦਾ ਹੈ ਬਹੁਤਾ। ਇਹ ਨਾਲ ਦੀ ਨਾਲ ਹੀ ਚਾਰੇ ਚੱਲ ਪੈਂਦੇ, ਜਿਵੇਂ ਤੁਹਾਡੇ ਦੋਵੇਂ ਹੱਥ ਚੱਲ ਪੈਂਦੇ ਹਨ, ਇੱਦਾਂ ਹੀ ਇਹ ਚਾਰੇ ਹੀ ਖਿਆਲ ਇੱਕੋ ਵਾਰ ਹੀ ਕੰਮ ਕਰ ਰਹੇ ਹਨ। ਅਤੇ ਅੰਤਸ਼ਕਰਨ ਹੈ ਸਰੀਰ ਦਾ ਹਿੱਸਾ। ਸਰੀਰ ਤੋਂ ਪੈਦਾ ਹੋਇਆ, ਸਰੀਰ ਨੂੰ ਸੱਚ ਜਾਣ ਕੇ ਪੈਦਾ ਹੋਇਆ। ਇਸੇ ਕਾਰਨ ਹੀ ਸਤਿਪੁਰਖਾਂ ਨੇ ਕਿਹਾ ਹੈ, 5 ਤਤ ਕੋ ਤਨ ਰਚਿਓ ਜਾਨਹੁ ਚਤੁਰ ਸਜਾਨ, ਇਨਮੇਂ ਕਛ ਤੇਰੋ ਨਹੀਂ ਨਾਨਕ ਕਹਿਓ ਬਖਾਨ। ਜਾਂ ਇਨਮੇਂ ਕਛ ਸਾਚੋ ਨਹੀਂ ਨਾਨਕ ਕਹਿਓ ਬਖਾਨ। ਸੱਚਾ ਤਾਂ ਕੁਝ ਵੀ ਨਹੀਂ, ਅਤੇ ਨਾ ਹੀ ਇਹ ਤੇਰਾ ਹੈ। ਅਤੇ ਚਤੁਰ ਸਜਾਨ ਨੂੰ ਕਿਹਾ ਜਿਹੜੇ ਬੜੇ ਚਲਾਕ ਸਮਝਦਾਰ ਹਨ, ਇਹ ਤਨ ਤੇਰਾ ਨਹੀਂ। ਅਤੇ ਜਿਹੜਾ ਸਮਝ ਲਵੇਗਾ ਮੇਰਾ ਨਹੀਂ ਹੈ ਤਨ, ਤਾਂ ਉਹਦਾ ਮਨ ਭਵਿੱਖ ਦੇ ਵਿੱਚ ਚੱਲੇਗਾ ਨਹੀਂ, ਅਤੇ ਅੰਤਸ਼ਕਰਨ ਬਣੇਗਾ ਹੀ ਨਹੀਂ। ਇਹੋ ਮੈਂ ਕਹਿੰਦਾ ਹਾਂ ਨਾ, ਅੰਤਸ਼ਕਰਨ ਬਣ ਰਿਹਾ ਹੈ, ਮਨ ਬਣ ਰਿਹਾ ਹੈ ਭਵਿੱਖ ਦੀ ਸੋਚ ਕੇ। ਅਤੇ ਭਵਿੱਖ ਨੂੰ ਹੀ ਅਗਰ ਕੋਈ ਗੁਰੂ ਨੂੰ ਸਮਰਪਿਤ ਕਰ ਦੇਵੇ, ਉਹਦਾ ਫਿਰ ਮਨ ਨਹੀਂ ਬਣੇਗਾ। ਅਤੇ ਜੋ ਬਣਿਆ ਹੋਇਆ ਹੈ ਪਿਛਲਾ ਉਹ ਸਮਾਪਤ ਹੁੰਦਾ ਰਹੇਗਾ ਆਸਤੇ ਆਸਤੇ, ਕਿਉਂਕਿ ਉਹ ਆਦਤਾਂ ਆਸਤੇ ਆਸਤੇ ਹਟਦੀਆਂ ਹਨ, ਇੱਕਦਮ ਸਮਾਂ ਲੱਗੇਗਾ, ਅੱਗੇ ਨਹੀਂ ਬਣੇਗਾ ਮਨ।
ਪਰ ਮਨ ਨੂੰ ਸਮਰਪਿਤ ਕਰਨਾ ਬਹੁਤ ਔਖਾ ਹੈ। ਮਨ ਦੇ ਆਰਾਮ ਲਈ ਆ ਹੈ। ਇੱਥੇ ਮਨ ਅੰਤਸ਼ਕਰਨ ਨੂੰ ਕਿਹਾ ਹੈ। ਕਈ ਜਗ੍ਹਾ ਇਕੱਠਾ ਵੀ ਕਿਹਾ ਹੈ ਮਨ, ਕਈ ਜਗ੍ਹਾ ਚਿੱਤ ਕਿਹਾ ਹੈ ਅੰਤਸ਼ਕਰਨ। ਇਸੇ ਅੰਤਸ਼ਕਰਨ ਤੋਂ ਹੀ ਸੂਖਸ਼ਮ ਸਰੀਰ ਬਣਦਾ ਹੈ। ਜਿੰਨਾ ਹੀ ਫਿਰ ਅੰਤਸ਼ਕਰਨ ਜ਼ਿਆਦਾ ਬਣੇਗਾ ਓਨਾ ਹੀ ਸੂਖਸ਼ਮ ਸਰੀਰ ਮਜ਼ਬੂਤ ਹੁੰਦਾ ਜਾਵੇਗਾ। ਇਹ ਅੰਤਸ਼ਕਰਨ ਸਿਰਫ ਸਰੀਰ ਵਾਸਤੇ ਪੈਦਾ ਹੋਇਆ ਸੀ, ਪਰ ਇਹਦੇ ਨਾਲ ਮੈਂ ਦਾ ਖਿਆਲ ਜੋੜ ਕੇ ਇਹਨੂੰ ਹੀ ਆਪਣਾ ਆਪ ਸਮਝਣ ਲੱਗ ਪਿਆ ਆਦਮੀ, ਅਤੇ ਇਹਦੇ ਅਧੀਨ ਹੋ ਗਿਆ। ਹੈਗੇ ਸੀ ਇਹ ਇੰਸਟਰੂਮੈਂਟ ਚਾਰੇ ਹੀ ਸਰੀਰ ਵਾਸਤੇ ਕੰਮ ਕਰਦੇ, ਪਰ ਹੋ ਗਿਆ ਆਦਮੀ ਗੁਲਾਮ। ਹੁਣ ਇੰਸਟਰੂਮੈਂਟ ਨਾਮ ਹੀ ਚਲਾਉਣਾ, ਅਤੇ ਫਿਰ ਆਪਣੇ ਆਪ ਇਹ ਕੰਮ ਕਰ ਰਹੇ ਹਨ। ਦੇਖੋ, ਬੰਦੇ ਦੇ ਹੱਥ ਵੱਸ ਹੀ ਕੁਛ ਨਹੀਂ। ਆਪਣੇ ਇੰਸਟਰੂਮੈਂਟ ਜਿਹੜੇ ਹਨ ਉਹ ਹੱਥ ਵੱਸ ਨਹੀਂ ਹਨ, ਉਹ ਆਪਣੇ ਆਪ ਹੀ ਕੰਮ ਕਰੀ ਜਾਂਦੇ। ਮਨ ਵਿਚਾਰੀ ਜਾਂਦਾ, ਸੋਚੀ ਜਾਂਦਾ, ਬੁੱਧੀ ਆਪਣਾ ਕੰਮ ਕਰੀ ਜਾਂਦੀ, ਚਿੱਤ ਆਪਣਾ ਕੰਮ ਕਰੀ ਜਾਂਦਾ, ਯਾਦ ਰੱਖੀ ਜਾਂਦਾ, ਆਪਣੇ ਆਪ ਹੀ ਚੱਲ ਰਹੇ ਹਨ। ਦੇਖੋ, ਤੁਹਾਡੇ ਇੰਸਟਰੂਮੈਂਟ ਵੀ ਤੁਹਾਡੇ ਹੱਥ 'ਚ ਨਹੀਂ, ਤੁਸੀਂ ਕੀ ਕਰੋਗੇ? ਇਸੇ ਕਰਕੇ ਕਿਹਾ ਹੈ ਨਾ ਵੀ ਇੰਸਟਰੂਮੈਂਟ ਜਿਹੜੇ ਹਨ ਨਾ ਇਹਨਾਂ ਨੂੰ ਭੇਟ ਕਰ ਦਿਓ, ਅਤੇ ਤੁਹਾਡੇ ਹੱਥ ਦੇ ਵਿੱਚ ਜਦੋਂ ਆ ਹੀ ਨਹੀਂ ਰਹੇ ਹਨ, ਆਖੇ ਨਹੀਂ ਲੱਗਦੀ। ਪਰ ਇਹ ਇੰਸਟਰੂਮੈਂਟ ਭੇਟ ਕਰਨੇ ਔਖੇ ਹਨ। ਦੇਖੋ, ਹੈ ਕੁਝ ਵੀ ਨਹੀਂ। ਫਿਰ ਜਿਹੜਾ ਇਹ ਇੰਸਟਰੂਮੈਂਟ ਭੇਟ ਕਰ ਦਿੰਦਾ ਹੈ ਉਹਦਾ ਸੂਖਸ਼ਮ ਸਰੀਰ ਵੀ ਨਹੀਂ ਰਹਿੰਦਾ। ਸਤਿਪੁਰਖਾਂ ਦਾ ਜੀਂਦੇ ਜੀ ਹੀ ਸੂਖਸ਼ਮ ਸਰੀਰ ਜਿਹੜਾ ਹੈ ਨਾ ਉਹ ਵਿਰਾਟ ਦੇ ਵਿੱਚ ਲੀਨ ਹੋ ਜਾਂਦਾ ਹੈ। ਤਦੇ ਕਿਹਾ ਨਾ, ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀ ਰਾਮ। ਉਹਦੇ ਵਿੱਚ ਲੀਨ ਹੋ ਗਿਆ ਸੂਖਸ਼ਮ। ਅਤੇ ਸਤਿਪੁਰਖ ਕਦੇ ਭੂਤ ਪ੍ਰੇਤ ਦੀ ਤਰ੍ਹਾਂ ਦਿਖਾਈ ਨਹੀਂ ਦਿੰਦੇ ਹਨ। ਅਗਰ ਜਿਨ੍ਹਾਂ ਨੂੰ ਦਿਖਾਈ ਦੇ ਰਹੇ ਹਨ ਤਾਂ ਉਹਨਾਂ ਦੇ ਮਨ ਦੀ ਕਲਪਨਾ ਹੋਵੇਗੀ, ਜਾਂ ਉਹ ਸਤਿਪੁਰਖ ਨਾ ਹੋਣਗੇ। ਕਈ ਸਾਧੂ ਮਹਾਤਮਾ ਵੀ ਭੂਤ ਪ੍ਰੇਤ ਬਣ ਹੀ ਸਕਦੇ ਹਨ ਨਾ, ਅਤੇ ਬਣੇ ਹੋਣਗੇ, ਤਾਂ ਉਹਨਾਂ ਨੂੰ ਦਿਖਾਈ ਦੇ ਰਿਹਾ। ਸਤਿਪੁਰਖ 'ਤੇ ਲੀਨ ਹੋ ਗਿਆ, ਸੂਖਸ਼ਮ ਸਰੀਰ ਥੋੜ੍ਹੀ ਰਹਿ ਜਾਂਦਾ ਹੈ, ਉਹ ਤਾਂ ਜੀਂਦੇ ਜੀ ਨਹੀਂ ਰਹਿੰਦਾ। ਇਸੇ ਕਾਰਨ ਹੀ ਉਹਦਾ ਆਵਾਗਮਨ ਨਹੀਂ। ਅਤੇ ਸਥੂਲ ਸਰੀਰ ਹੈ, ਉਹਦੇ ਦੁਆਰਾ ਉਹ ਆਵਾਜ਼ਾਂ ਦਿੰਦਾ ਰਹਿੰਦਾ ਹੈ ਵੀ ਆਓ ਜਿਹਨੇ ਲੀਨ ਹੋਣਾ ਹੈ। ਪਰ ਲੋਕ ਆਉਂਦੇ ਨਹੀਂ, ਜਿਹੜੇ ਆਉਂਦੇ ਵੀ ਹਨ ਉਹ ਅਧੂਰੇ ਮਨ ਨਾਲ ਆਉਂਦੇ ਹਨ। ਜਿਵੇਂ ਅੱਜ ਹੀ ਸਵੇਰੇ ਫੋਨ ਆਇਆ ਵੀ ਤੁਹਾਨੂੰ ਮਿਲਣ ਵਾਸਤੇ ਬਹੁਤ ਹੀ ਚਿੱਤ ਕਰਦਾ ਹੈ। ਮੈਂ ਕਿਹਾ ਜਦੋਂ ਪੂਰਾ ਚਿੱਤ ਕਰੇਗਾ ਨਾ ਫਿਰ ਹੀ ਮਿਲਾਂਗੇ ਆਪਾਂ। ਉਹਨੇ ਕਿਹਾ ਨਹੀਂ, ਬਹੁਤ ਜ਼ਿਆਦਾ ਚਿੱਤ ਕਰ ਰਿਹਾ ਹੈ ਮਿਲਣ। ਮੈਂ ਕਿਹਾ ਨਹੀਂ, ਬਹੁਤ ਜ਼ਿਆਦਾ ਕਰ ਰਿਹਾ, ਇਹ ਪੂਰਾ ਨਹੀਂ ਕਰ ਰਿਹਾ। ਜਦੋਂ ਪੂਰਾ ਚਿੱਤ ਕਰੇਗਾ ਨਾ ਮਿਲਣ ਨੂੰ, ਫਿਰ ਅਸਲੀ ਮੇਲੇ ਹੋਣਗੇ। ਆ ਤੁਸੀਂ ਦੇਖਿਆ ਹੀ ਹੈ ਨਾ, ਜਿਨ੍ਹਾਂ ਦਾ ਅਧੂਰਾ ਚਿੱਤ ਸੀ ਉਹਨਾਂ ਨੂੰ ਮੈਂ ਕੋਲ ਰੱਖ ਲਿਆ, ਤੋ ਨੱਠ ਗਏ, ਭੱਜ ਗਏ ਛੱਡ ਕੇ ਮੈਦਾਨ। ਅਧੂਰਾ ਚਿੱਤ ਸੀ ਨਾ ਮਿਲਣ ਦਾ। ਅਗਰ ਪੂਰਾ ਚਿੱਤ ਹੁੰਦਾ ਮਿਲਣ ਦਾ, ਤੁਸੀਂ ਸੋਚੋ ਉਹ ਮਿਲਣ ਤੋਂ ਬਗੈਰ ਮੁੜ ਸਕਦਾ? ਉਹ ਤਾਂ ਕਹੇਗਾ ਮਿਲ ਕੇ ਜਾਊਂਗਾ ਹਮ, ਹੁਣ ਤਾਂ ਇੱਕਮਿਕ ਹੋ ਕੇ ਹੀ ਜਾਵਾਂਗੇ। ਫਿਰ ਜਾਣਾ ਕਿੱਥੇ ਜਦੋਂ ਇੱਕਮਿਕ ਹੋ ਕੇ? ਫਿਰ ਜਾਣ ਨੂੰ ਕਿਤੇ ਜਗ੍ਹਾ ਵੀ ਨਹੀਂ ਨਾ ਬਚਦੀ। ਅਤੇ ਇਸ ਕਰਕੇ ਮੈਂ ਕਹਿੰਦਾ ਹਾਂ ਵੀ ਚਿੱਤ ਪੂਰਾ ਹੋ ਲੈਣ ਦਿਓ ਮਿਲਣ ਦਾ। ਜਦੋਂ ਚਿੱਤ ਮਿਲਣ ਦਾ ਪੂਰਾ ਹੋਵੇਗਾ ਨਾ, ਫਿਰ ਅਸਲੀ ਮਿਲਾਪ ਹੋਵੇਗਾ, ਫਿਰ ਦੁਬਾਰਾ ਵਿਛੜਨ ਨਹੀਂ ਹੋਵੇਗਾ। ਇਹ ਤੁਹਾਡੇ ਚਿੱਤ 'ਤੇ ਨਿਰਭਰ ਕਰਦਾ ਹੈ, ਖਿਆਲ ਵਿੱਚ ਰੱਖੋ। ਜਿਵੇਂ ਆਹ ਲਿਖਿਆ ਹੈ ਨਾ, ਜਿਤਨੀ ਕੁ ਆਪ ਜੀ ਯਾਤਰਾ ਕਰਾਵੋਗੇ ਉਤਨੀ ਕੁ ਹੀ ਹੋ ਸਕਦੀ ਹੈ ਜੀ, ਸਤਿਗੁਰ ਆਪ ਧੰਨ ਹੋ। ਨਹੀਂ, ਮੈਂ ਕਹਿ ਰਿਹਾ ਹਾਂ ਵੀ ਤੁਸੀਂ ਅਗਰ ਯਾਤਰਾ ਕਰਨ ਨੂੰ ਤਿਆਰ ਹੋ ਤੇ ਯਾਤਰਾ ਹੋਵੇਗੀ।
ਜਦੋਂ ਪੂਰੀ ਤਿਆਰੀ ਹੋਵੇਗੀ, ਅਧੂਰੀ ਤਿਆਰੀ ਦੁਆਰਾ ਆਏ ਤੁਸੀਂ ਤੇ ਫਿਰ ਮੁੜ ਜਾਓਗੇ। ਜਿਵੇਂ ਜਗਮੋਹਨ ਸਿੰਘ ਮੁੜ ਗਿਆ, ਪੂਰੀ ਤਿਆਰੀ ਨਹੀਂ ਸੀ ਨਾ। ਉੱਥੋਂ ਤਾਂ ਇਹਨੂੰ ਲੱਗਦਾ ਸੀ ਪੂਰੀ ਤਿਆਰੀ ਹੈ ਬਿਲਕੁਲ, ਪਰ ਇੱਥੇ ਆਣ ਕੇ ਮਨ ਫਿਰ ਡਾਵਾਂਡੋਲ ਹੋ ਗਿਆ। ਤਿਆਰੀ ਪੂਰੀ ਨਾ ਹੋਵੇਗੀ ਮਿਟਣ ਦੀ ਤਾਂ ਹੀ ਨਾ। ਫਿਰ ਦੇਖੋ ਤੁਸੀਂ, ਜਦੋਂ ਇਹ ਉੱਥੇ ਅਮਰੀਕਾ ਦੇ ਵਿੱਚ ਸੀ ਤੇ ਵਾਰ-ਵਾਰ ਮੈਨੂੰ ਮੈਸੇਜ ਕਰਦਾ ਹੁੰਦਾ ਸੀ, ਤਾਰ ਲਿਓ ਬਾਪ ਬੀਠਲਾ ਬਾਹ ਦਿਓ, ਰੋਜ਼ ਹੀ। ਫਿਰ ਮੈਂ ਇੱਕ ਵਾਰ ਕਿਹਾ ਵੀ ਸੀ ਵੀ ਤੂੰ ਰੋਜ਼ ਕਾਹਨੂੰ ਮੈਸੇਜ ਕਰੀ ਜਾਂਦਾ, ਜਦੋਂ ਤੂੰ ਤਿਆਰੀ ਹੋਊਗੀ ਤਰਨ ਦੀ ਤੂੰ ਆ ਜਾਵੀਂ। ਆਇਆ ਵੀ, ਪਰ ਸਾਗਰ ਦੇਖ ਕੇ ਡਰ ਗਿਆ। ਇਸ ਅੰਤਹੀਨ ਸਾਗਰ ਦੇ ਵਿੱਚ ਉਤਰਨਾ, ਜਿਹਦਾ ਪਤਾ ਹੀ ਕੋਈ ਨਹੀਂ ਕਿੱਧਰ ਨੂੰ ਜਾਵੇਗਾ, ਬਹੁਤ ਕਠਿਨ ਹੈ। ਫਿਰ ਪਿਛਲਾ ਸਾਰਾ ਕੁਝ ਛੱਡ ਕੇ ਉਤਰਨਾ ਹੈ। ਤਦੇ ਕਿਹਾ ਹੈ, ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨੇ ਪਾਈ। ਸਭ ਕੁਛ ਇੱਧਰ ਹੀ ਛੱਡ ਕੇ ਤਾਂ ਹੀ ਉਤਰੋਗੇ ਨਾ। ਜੋ ਤੁਹਾਡਾ ਨਹੀਂ ਹੈ ਉਹਨੂੰ ਹੀ ਛੱਡਣਾ ਹੈ। ਨਾ ਸਰੀਰ ਤੁਹਾਡਾ ਹੈ, ਨਾ ਇਹ ਅੰਤਸ਼ਕਰਨ ਤੁਹਾਡਾ ਹੈ। ਸਰੀਰ ਵੀ ਤੁਹਾਨੂੰ ਸੰਸਾਰ 'ਚੋਂ ਮਾਤਾ ਪਿਤਾ ਤੋਂ ਮਿਲਿਆ, ਅੰਤਸ਼ਕਰਨ ਸਮਾਜ ਨੇ ਬਣਾ ਦਿੱਤਾ, ਕੁਛ ਧਾਰਮਿਕ ਲੋਕਾਂ ਨੇ ਬਣਾ ਦਿੱਤਾ, ਉਹ ਵੀ ਤੁਹਾਡਾ ਨਹੀਂ, ਅਤੇ ਇਹੋ ਹੀ ਛੱਡਣਾ। ਦੇਖੋ, ਜੋ ਤੁਹਾਡਾ ਨਹੀਂ ਹੈ ਉਹ ਛੱਡਣਾ ਹੈ, ਤਾਂ ਹੀ ਸਾਗਰ 'ਚ ਉਤਰੋਗੇ ਨਾ। ਝੂਠ ਨੂੰ ਛੱਡੋਗੇ, ਝੂਠੇ ਕਿਨਾਰੇ ਨੂੰ, ਅਤੇ ਸੱਚ ਦੇ ਵਿੱਚ ਉਤਰੋਗੇ। ਅਤੇ ਝੂਠੇ ਨੂੰ ਤਾਂ ਛੱਡੋਗੇ ਹੀ ਨਾ, ਇਸ ਕਿਨਾਰੇ ਨੂੰ ਛੱਡੋਗੇ ਤਾਂ ਹੀ ਉਤਰੋਗੇ ਨਾ। ਅਗਰ ਤੁਸੀਂ ਛੱਡਣ ਨੂੰ ਤਿਆਰ ਹੋ, ਉਤਰਨ ਨੂੰ ਤਿਆਰ ਹੋ, ਨਾਲ ਚੱਲਣ ਨੂੰ ਤਿਆਰ ਹੋ ਨਾ, ਅਤੇ ਮੈਂ ਤਾਂ ਸਾਰਿਆਂ ਨੂੰ ਲਿਜਾਣਾ ਚਾਹੁੰਦਾ ਹਾਂ। ਮੇਰੇ ਜਾਗਰਣ ਵਿੱਚ ਕੋਈ ਫਰਕ ਥੋੜ੍ਹੀ ਪੈ ਜਾਊਗਾ। ਅਗਰ ਤੁਸੀਂ ਸਾਰੇ ਹੀ ਚੱਲ ਪਏ, ਮੈਂ ਕਹਿੰਦਾ ਸਾਰਾ ਸੰਸਾਰ ਵੀ ਚੱਲ ਪਏ ਤਾਂ ਵੀ ਨਹੀਂ ਫਰਕ ਪੈਣਾ, ਸਗੋਂ ਮਜ਼ਾ ਆਵੇਗਾ ਇਕੱਠੇ। ਦੇਖੋ, ਜਿਵੇਂ ਛੋਟੇ ਬੱਚੇ ਖੇਡਦੇ ਹੋਣ, ਕਿੰਨਾ ਮਜ਼ਾ ਆਉਂਦਾ ਉਹਨਾਂ ਨੂੰ ਆਪਸ ਦੇ ਵਿੱਚ ਹਾਣ ਦੇ। ਇੱਦਾਂ ਹੀ ਸਤਿਪੁਰਖ ਕੁਛ ਇਕੱਠੇ ਹੋਣਗੇ, ਕਿੰਨਾ ਨਾ ਮਜ਼ਾ ਆਊਗਾ। ਦੁਨੀਆ ਦੇਖ ਦੇਖ ਕੇ ਸੜੂਗੀ, ਸ਼ਾਇਦ ਉਹਨਾਂ ਨੂੰ ਵੀ ਆਕਰਸ਼ਣ ਪੈਦਾ ਹੋਏ ਵੀ ਅਸੀਂ ਵੀ ਮਜ਼ਾ ਲਈਏ। ਅਤੇ ਕਈਆਂ ਨੂੰ ਥੋੜ੍ਹਾ ਥੋੜ੍ਹਾ ਮਜ਼ਾ ਆ ਵੀ ਰਿਹਾ ਹੈ। ਮੈਂ 2 ਰਿਕਾਰਡਿੰਗਾਂ ਪਾਉਂਦਾ ਹਾਂ, ਇਹਨਾਂ ਨੂੰ ਸੁਣ ਕੇ ਸਮਝਿਓ ਵੀ ਕਿਵੇਂ ਆ ਰਿਹਾ ਹੈ। ਇੱਕ ਉੱਪਰ ਪੁਰਾਣੀ ਰਿਕਾਰਡਿੰਗ ਹੈ, ਥੱਲੇ ਅੱਜ ਹੀ ਭੇਜੀ ਹੋਈ ਹੈ। ਅਤੇ ਇਸ ਮਜ਼ੇ ਦੀ ਅਜੇ ਸ਼ੁਰੂਆਤ ਹੈ, ਇਸ ਆਨੰਦ ਦੀ, ਪਰਮਾਤਮਾ ਦੀ। ਜਿਵੇਂ ਸੰਸਾਰ ਦੇ ਵਿੱਚ ਦੁੱਖਾਂ ਦਾ ਅੰਤ ਨਹੀਂ ਹੈ ਨਾ, ਕੋਈ ਇਹ ਨਹੀਂ ਕਹਿ ਸਕਦਾ ਵੀ ਅੰਤਲੇ ਦੁੱਖ 'ਤੇ ਪਹੁੰਚ ਗਿਆ। ਦੁੱਖ ਹੀ ਦੁੱਖ ਬਹੁਤ ਹਨ, ਅੰਤ ਨਹੀਂ ਹੈ ਕੋਈ। ਇੱਦਾਂ ਹੀ ਪ੍ਰਮਾਤਮਾ ਵੱਲ ਆਨੰਦ ਦਾ ਕੋਈ ਅੰਤ ਨਹੀਂ। ਅਤੇ ਸ਼ੁਰੂਆਤੀ ਤੌਰ 'ਤੇ ਹੀ ਜਦੋਂ ਮਿਲਦਾ ਹੈ ਨਾ, ਤਾਂ ਲੱਗਦਾ ਹੈ ਬਹੁਤ ਮਿਲ ਗਿਆ, ਅਤੇ ਸੰਭਾਲ ਨਹੀਂ ਹੁੰਦਾ ਹੈ ਕਈਆਂ। ਇਸੇ ਕਰਕੇ ਕਈ ਰੋਂਦੇ ਵੀ, ਹੱਸਦੇ ਵੀ। ਰੰਗ ਹੱਸੇ ਰੰਗ ਰੋਵੇ, ਚੁੱਪ ਵੀ ਕਰ ਜਾਏ, ਪਰਵਾਹ ਨਾ ਹੀ ਕਿਸੇ ਕੇਰੀ ਬਾਝ ਸੱਚੇ ਨਾ। ਅਤੇ ਜੇ ਸ਼ੁਰੂਆਤ ਹੈ ਅਤੇ ਦੇਖੋ ਤੁਸੀਂ, ਸੰਭਾਲਿਆ ਨਹੀਂ ਜਾ ਰਿਹਾ। ਅਤੇ ਇੱਥੇ ਅਨੰਤ ਸਾਗਰ ਭਰੇ ਹੋਏ ਹਨ। ਅਜੇ ਇੱਕ ਹੀ ਫੁਹਾਰਾ ਆਨੰਦ ਦਾ ਫੁੱਟਿਆ ਹੈ, ਅਤੇ ਕਿੰਨੇ ਫੁਹਾਰੇ ਹਨ, ਕੋਈ ਅੰਤ ਹੀ ਨਹੀਂ। ਗਾਂਹ ਤੋਂ ਗਾਂਹ ਨਵੇਂ ਨਵੇਂ ਫੁੱਟਦੇ ਪਰਮਾਤਮਾ ਦੇ ਵਿੱਚ ਫੁਹਾਰੇ। ਇਸ ਕਰਕੇ ਪਰਮਾਤਮਾ ਪੁਰਾਣਾ ਨਹੀਂ ਹੁੰਦਾ। ਜਿਹੜੇ ਚੱਲ ਪੈਂਦੇ ਹਨ ਇਸੇ ਕਰਕੇ ਖੁਸ਼ ਰਹਿੰਦੇ, ਨਵੇਂ ਨਵੇਂ ਨਜ਼ਾਰੇ ਮਿਲਦੇ ਰਹਿੰਦੇ ਉਹਨਾਂ ਨੂੰ। ਪਰਮਾਤਮਾ ਦੇ ਅਚਰਜ ਹੁੰਦੇ ਰਹਿੰਦੇ ਦੇਖ ਦੇਖ, ਉਹਦਾ ਧੰਨਵਾਦ ਕਰਦੇ ਰਹਿੰਦੇ, ਉਹਦੀ ਪ੍ਰਸ਼ੰਸਾ ਦੇ ਵਿੱਚ। ਅਸਲੀ ਗੀਤ ਉਹ ਹੀ ਗਾਉਂਦੇ ਹਨ, ਕਿਉਂਕਿ ਉਹ ਉਹਨੂੰ ਦੇਖ ਕੇ ਗਾਉਂਦੇ ਹਨ। ਫਿਰ ਉਹਨਾਂ ਨੂੰ ਲੱਗਦਾ ਹੈ ਵੀ ਇਹ ਸਭ ਕੁਛ ਹੀ ਗਾ ਰਿਹਾ ਹੈ। ਗਾਵਨ ਜੋਧ ਮਹਾਬਲ ਸੂਰਾ, ਗਾਵਨ ਖਾਣੀ ਚਾਰੇ, ਚਾਰੇ ਖਾਣੀ, ਸਭ ਹੀ ਗਾ ਰਹੇ।
ਉਸ ਸੰਗੀਤ ਦੇ ਵਿੱਚ ਪਹੁੰਚ ਜਾਂਦਾ ਹੈ ਜਿਹਨੂੰ ਅਨਹਦ ਕਿਹਾ ਹੈ। ਅਨਹਦ ਕੋਈ ਕੰਨਾਂ ਨਾਲ ਸੁਣਾਈ ਦੇਣ ਵਾਲਾ ਨਹੀਂ ਹੈ, ਕੰਨਾਂ ਦਾ ਵਿਸ਼ਾ ਨਹੀਂ ਹੈ, ਪਰਮਾਤਮਾ ਇੰਦਰੀਆਂ ਦਾ ਵਿਸ਼ਾ ਨਹੀਂ ਹੈ ਨਾ, ਇਵੇਂ ਹੀ ਅਨਹਦ ਹੈ। ਨਾ ਪ੍ਰਕਾਸ਼ ਹੀ ਅੱਖਾਂ ਦਾ ਵਿਸ਼ਾ ਹੈ ਜਿਹੜਾ ਦੇਖਿਆ ਜਾਂਦਾ। ਸਰੀਰ 'ਤੇ ਸਿਰਫ ਸਥੂਲ ਨੂੰ ਦੇਖਣ ਵਾਸਤੇ ਅਤੇ ਸਥੂਲ ਨਾਦ ਨੂੰ ਸੁਣਨ ਵਾਸਤੇ ਕੰਨ ਮਿਲੇ ਹਨ। ਤਦੇ ਹੀ ਟਕਰਾਹਟ ਨਾਲ ਜਿਹੜੀ ਆਵਾਜ਼ ਪੈਦਾ ਹੁੰਦੀ ਉਹ ਕੰਨ ਸੁਣਦੇ ਹਨ, ਪਰ ਉੱਥੇ ਟਕਰਾਹਟ ਕੋਈ ਥੋੜ੍ਹੀ ਹੁੰਦੀ, ਉੱਥੇ ਦੋ ਥੋੜ੍ਹੇ ਹਨ ਕੋਈ ਜਿਨ੍ਹਾਂ ਨੇ ਟਕਰਾਉਣਾ, ਇੱਕੋ ਹੀ ਹੈ, ਇੱਕੋ ਨੂੰ ਹੀ ਸੁਣਨਾ ਹੈ, ਇੱਕੋ ਹੀ ਹੈ। ਇਸ ਕਰਕੇ ਉਹਨੂੰ ਸੁਣ ਕਿਹਾ ਹੈ ਵੀ ਦੂਜਾ ਤਾਂ ਹੈ ਹੀ ਨਹੀਂ, ਇੱਕ ਵੀ ਕਾਹਨੂੰ ਕਹਿਣਾ। ਉਸ ਇੱਕ ਨੂੰ ਵੱਲ ਨੂੰ ਜਾਣ ਵਾਸਤੇ ਤੁਸੀਂ ਚਿੱਤ ਬਣਾਓ ਪੂਰਾ। ਮੈਨੂੰ ਨਾ ਕਹੋ ਵੀ ਜਿੰਨੀ ਕੁ ਆਪ ਯਾਤਰਾ ਕਰਾਓਗੇ ਉਨੀ ਕਰਾਂਗੇ, ਮੈਂ ਨਾਲ ਲਿਜਾਣਾ ਹੀ ਚਾਹੁੰਦਾ ਸਾਰਿਆਂ ਨੂੰ। ਜਿਵੇਂ ਰਾਜਾ ਜਨਕ ਕਹਿੰਦੇ ਸਾਰੀ ਨਗਰੀ ਨੂੰ ਨਾਲ ਰਹਿ ਗਿਆ ਸੀ। ਪ੍ਰਤੀਕ ਕਹਾਣੀ ਹੈ, ਕਿੰਨਾ ਪ੍ਰੇਮ ਹੋਵੇਗਾ ਉਹਨਾਂ ਲੋਕਾਂ ਨੂੰ, ਸਾਰੇ ਹੀ ਨਾਲ ਚੱਲ ਪਏ। ਦੇਖੋ ਬੜਾ ਪਿਆਰਾ ਹੋਊਗਾ ਰਾਜਾ ਜਨਕ। ਗੁਰੂ ਨਾਨਕ ਦੇ ਨਾਲ ਤਾਂ ਸਿਰਫ ਬਾਬਾ ਲਹਿਣਾ ਜੀ ਹੀ ਚੱਲ ਸਕੇ, ਬਾਕੀ ਸਭ ਮੁੜ ਗਏ। ਜਿਨ੍ਹਾਂ ਦਾ ਅਧੂਰਾ ਮਨ ਸੀ ਉਹ ਪਿੱਛੇ ਮੁੜ ਗਏ। ਬਾਬੇ ਲਹਿਣੇ ਦਾ ਪੂਰਾ ਹੋਵੇਗਾ ਤਾਂ ਹੀ ਚੱਲ ਸਕਿਆ ਨਾ, ਅਤੇ ਜਿਹਦਾ ਪੂਰਾ ਨਾਲ ਚੱਲਣ ਨੂੰ ਤਿਆਰ ਹੋਵੇਗਾ, ਪੂਰਾ ਮਿਲਣ ਨੂੰ ਤਿਆਰ ਹੋਵੇਗਾ ਕਹਿ ਲਈਏ, ਉਹ ਫਿਰ ਪਿੱਛੇ ਨਹੀਂ ਮੁੜੇਗਾ। ਅਤੇ ਤਿਆਰੀ ਤੁਹਾਡੀ ਹੈ, ਜਿੰਨੀ ਕਰ ਸਕਦੇ ਹੋ ਕਰੋ ਚੱਲਣ ਵਾਸਤੇ। ਮੈਂ ਤਿਆਰ ਹਾਂ ਲਿਜਾਣ ਵਾਸਤੇ ਜਨਕ ਵਾਂਗੂ। ਜਿੰਨੇ ਵੀ ਜਾਣਾ ਹੈ ਉਹ ਮੈਂ ਛੱਡ ਕੇ ਚੱਲੇ, ਕਿਉਂਕਿ ਮੈਂ ਉਸ ਪਾਰ ਨਹੀਂ ਜਾਂਦੀ, ਮੈਂ ਇਹਨੂੰ ਇੱਥੇ ਹੀ ਮਾਰਨਾ ਹੈ।